तार की करता राखै लाज। वाहिगुरू जी का खालसा वाहिगुरू जी की फतेह। परम सन्मानयोग गुरु रूप गुरु खालसा साध संगत जी, आप जी अत्यंत वਡਭਾਗੇ हो। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਬੀ ਅਕਾਲੀ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਬਿਹਾਗੜੇ ਕੀ ਵਾਰ ਵਿੱਚ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਇਹ ਪੌੜੀਆਂ ਹਨ ਅਤੇ ਨਾਲ ਸੰਬੰਧਿਤ ਸਲੋਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਜ਼ਿਆਦਾਤਰ ਆਏ ਹਨ। ਆਓ ਸਰਵਣ ਕਰੀਏ ਸਤਿਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਬਚਨ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਗੁਰਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ ਇਹ ਬੰਧਨ ਕੀ ਹੁੰਦਾ ਹੈ? ਜੀਵ ਸੰਸਾਰ ਦੇ ਵਿੱਚ ਬੰਧਨ 'ਚ ਪਿਆ ਹੋਇਆ ਹੈ। ਜੰਮਣ ਮਰਨ, ਆਉਣਾ ਜਾਣਾ, ਸੁਖੀ ਦੁਖੀ ਹੋਣਾ, ਇਹ ਮੁੱਖ ਬੰਧਨ ਮੰਨੇ ਗਏ ਹਨ। ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਇਹ ਜੀਵ ਨੂੰ ਬੰਧਨ ਕਿਹੜੇ ਕਿਹੜੇ ਪਏ ਹੋਏ ਹਨ? ਕਿਹਨਾਂ ਬੰਧਨਾਂ ਕਰਕੇ ਇਹ ਕੈਦੀ ਬਣਿਆ ਹੋਇਆ ਜੰਮਣ ਮਰਨ ਦੀ ਜੇਲ੍ਹ ਕੱਟ ਰਿਹਾ ਹੈ, 84 ਲੱਖ ਜੂਨਾਂ ਵਿੱਚ ਪਿਆ ਹੋਇਆ ਹੈ? ਆਪ ਜੀ ਕਿਰਪਾ ਕਰੋ। ਸੱਚੇ ਪਾਤਸ਼ਾਹ ਮਹਾਰਾਜ ਦੱਸ ਰਹੇ ਹਨ, ਭਾਈ ਜਿੱਥੇ ਵੀ ਕੋਈ ਜੀਵ ਮੈਂ ਕਰਕੇ ਕਰਮ ਕਰਦਾ ਹੈ ਉਹਦੇ ਨਾਲ ਉਹਨੂੰ ਬੰਧਨ ਪੈਂਦੇ ਹਨ। ਕੋਈ ਵੀ ਕੰਮ ਕਰਨਾ ਮੈਂ ਕਰਦਾ ਹਾਂ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਜਿੱਥੇ ਮੈਂ ਹੈ ਉੱਥੇ ਬੰਧਨ ਹੈ। ਇਸ ਤੋਂ ਬਾਅਦ ਫਿਰ ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ। ਮਹਾਰਾਜ ਨੇ ਆਸਾ ਜੀ ਦੀ ਵਾਰ ਵਿੱਚ ਵੀ ਦੱਸਿਆ ਹੀ ਹੈ। ਜਦੋਂ ਮੈਂ ਆ ਜਾਂਦੀ ਹੈ ਉਹਦੇ ਫਿਰ ਨਾਲ ਬੰਧਨ ਹੋਰ ਬਹੁਤ ਸਾਰੇ ਪੈ ਜਾਂਦੇ ਹਨ। ਕਿੰਨੇ ਕੁ ਬੰਧਨ ਪੈਂਦੇ ਹਨ ਫਿਰ ਗਿਣਨੇ ਔਖੇ ਹਨ। 84 ਲੱਖ ਜੂਨਾਂ ਵਿੱਚ ਫਿਰ ਕਿੰਨਾ ਕੁ ਪਸਾਰਾ ਹੈ ਉਹ ਤਾਂ ਬੜੀ ਦੂਰ ਦੀ ਗੱਲ ਹੈ। ਇੱਕ ਮਨੁੱਖਾ ਜਨਮ ਦੇ ਵਿੱਚ ਹੀ ਆਪਣੇ ਜਨਮ ਤੋਂ ਅੱਜ ਤੱਕ ਜਿੰਨੀ ਕਿਸੇ ਦੀ ਉਮਰ ਹੋ ਗਈ ਹੈ ਉਹ ਹਿਸਾਬ ਲਾ ਕੇ ਦੇਖੇ ਤਾਂ ਉਹਦੇ ਕੋਲੋਂ ਇੰਨੀ ਉਮਰ ਦੇ ਬੰਧਨ ਵੀ ਗਿਣੇ ਨਹੀਂ ਜਾ ਸਕਦੇ। ਬੜੀ ਸੂਖਸ਼ਮ ਬਿਰਤੀ ਨਾਲ ਭਾਵੇਂ ਕੋਈ ਚਿੰਤਨ ਕਰ ਲਵੇ, ਬੰਧਨ ਬੜੇ ਡੂੰਘੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਨੇ, ਸ਼ਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ। ਮਹਾਰਾਜ ਕਹਿੰਦੇ ਭਾਈ ਜਿੰਨੇ ਕਰਮ ਧਰਮ ਹਨ ਇਹ ਵੀ ਬੰਧਨ ਹਨ, ਕਿਉਂਕਿ ਜੀ ਕਾ ਬੰਧਨ ਕਰਮ ਵਿਆਪੈ। ਜੀਵ ਆਤਮਾ ਦਾ ਬੰਧਨ ਉਹਦਾ ਕਰਮ ਹੀ ਹੈ। ਮੈਂ ਇਹ ਕਰਨਾ, ਮੈਂ ਇਹ ਕਰਨਾ, ਮੈਂ ਇਹ ਨਹੀਂ ਕਰਨਾ। ਜਿੱਥੇ ਮੈਂ ਕਰਕੇ ਕਰਦਾ। ਵੈਸੇ ਕਰਮ ਕਰਨਾ ਮਾੜੀ ਗੱਲ ਨਹੀਂ, ਕਰਮ ਤੋਂ ਬਿਨਾਂ ਜ਼ਿੰਦਗੀ ਨਹੀਂ। ਜੇ ਕੋਈ ਬੰਦਾ ਕਹੇ ਮੈਂ ਕਰਮ ਤੋਂ ਭੱਜ ਜਾਵਾਂਗਾ, ਮੈਂ ਕੋਈ ਕਰਮ ਨਹੀਂ ਕਰਦਾ, ਇਹ ਵੀ ਬੜਾ ਵੱਡਾ ਝੂਠ ਹੈ। ਕਰਮ ਤੋਂ ਕੋਈ ਬਚ ਵੀ ਨਹੀਂ ਸਕਦਾ, ਕਿਉਂਕਿ ਪਹਿਲੀ ਗੱਲ ਤਾਂ ਜਨਮ ਲੈਣਾ ਵੀ ਕਰਮ ਹੈ। ਫਿਰ ਮਾਂ ਦਾ ਦੁੱਧ ਪੀਣਾ ਕਰਮ ਹੈ। ਬੱਚੇ ਦਾ ਰੋਣਾ ਕਰਮ ਹੈ, ਕਿਉਂਕਿ ਜਿਹੜੀ ਗ੍ਰਾਮਰ ਹੈ, ਵਿਆਕਰਨ ਹੈ, ਉਹਦੇ ਵਿੱਚ ਜਿਹੜੀ ਵੀ ਕੋਈ ਕਿਰਿਆ ਜਿਸ ਨੂੰ ਅੰਗਰੇਜ਼ੀ 'ਚ ਗ੍ਰਾਮਰ ਕਹਿੰਦੇ, ਅਸੀਂ ਵਿਆਕਰਨ ਕਹਿੰਦੇ ਹਾਂ, ਉਹਦੇ ਵਿੱਚ ਜਿਹੜਾ ਕਿਰਿਆ ਹੈ, ਵਰਬ ਹੈ,
ਕੀਤਾ ਹੋਣਾ ਕਰਨਾ। ਜਿਵੇਂ ਅਸੀਂ ਕਹਿੰਦੇ ਹਾਂ ਫਲਾਣਾ ਜੰਮ ਪਿਆ, ਬੱਚਾ ਰੋ ਰਿਹਾ ਹੈ, ਬੱਚਾ ਦੁੱਧ ਮੰਗਦਾ ਹੈ, ਬੱਚਾ ਭੁੱਖਾ ਹੈ, ਬੱਚਾ ਰੱਜ ਗਿਆ ਹੈ, ਬੱਚਾ ਸੌਂ ਗਿਆ ਹੈ, ਇਹ ਸਾਰੀ ਤਾਂ ਕਿਰਿਆ ਹੀ ਹੈ। ਉੱਥੋਂ ਸ਼ੁਰੂ ਕਰਕੇ ਅੱਜ ਤੱਕ ਸਾਰਾ ਕੁਝ ਕੀਤਾ ਹੀ ਹੈ, ਔਰ ਹੁਣ ਵੀ ਕਰ ਰਹੇ ਹਾਂ। ਜੇ ਕੋਈ ਬੰਦਾ ਕਵੇ ਮੈਂ ਕਰਮ ਨਹੀਂ ਕਰਦਾ, ਕਰਮ ਨਾ ਕਰਨਾ ਵੀ ਤਾਂ ਕਰਮ ਹੈ। ਮੈਂ ਵਿਹਲਾ ਬੈਠਾ ਹਾਂ, ਵਿਹਲਾ ਬੈਠਣਾ ਵੀ ਇੱਕ ਕਰਮ ਹੈ, ਬੈਠਣਾ ਵੀ ਕਿਰਿਆ ਹੈ। ਮੈਂ ਵਿਹਲਾ ਪਿਆ ਹਾਂ, ਪੈਣਾ ਵੀ ਕਿਰਿਆ ਹੈ। ਦੱਸੋ ਕਦੋਂ ਵਿਹਲਾ ਹੋਵੇਗਾ, ਕਦੋਂ ਨਿਸ਼ਕਰਮ ਹੋਵੇਗਾ, ਨਿਸ਼ਕਿਰਿਆ ਹੋਵੇਗਾ? ਨਹੀਂ ਹੋ ਸਕਦਾ। ਇਸ ਕਰਕੇ ਤਾਂ ਸਾਹਿਬ ਜੀ ਕਹਿੰਦੇ ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕੰਮ ਕਰਦਿਆਂ ਕਰਦਿਆਂ ਵਿਹਾਰ ਜਿਹੜਾ ਹੈ ਦੁਨੀਆ ਦਾ, 3 ਪ੍ਰਕਾਰ ਦੀ ਸੱਤਾ ਹੈ। ਇੱਕ ਵਿਹਾਰਕ ਸੱਤਾ ਹੈ। ਵਿਹਾਰਕ ਸੱਤਾ ਵਿੱਚ ਸਾਨੂੰ ਲੈਣ ਦੇਣ ਕਰਨਾ ਪਵੇਗਾ। ਗ੍ਰਸਤੀ ਬੰਦੇ ਨੂੰ ਖਾਸ ਕਰਕੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਸਤਾ ਦੱਸਿਆ, ਉਹ ਗ੍ਰਸਤ ਵਿੱਚ ਰਹਿ ਕੇ ਪਰਮਾਰਥ ਨੂੰ ਸਿੱਧ ਕਰਨ ਦਾ ਹੈ। ਸਾਰੇ ਬਿਰਖਤ ਬਣ ਨਹੀਂ ਸਕਦੇ, ਸਾਰੇ ਘਰ-ਬਾਰ ਛੱਡ ਨਹੀਂ ਸਕਦੇ, ਔਰ ਛੱਡ ਕੇ ਵੀ ਕੋਈ ਨਿਸ਼ਕਰਿਆ ਹੋਵੇਗਾ ਇਹ ਵੀ ਪੱਕੀ ਗੱਲ ਕੋਈ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਗ੍ਰਸਤ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ। ਪਰ ਕੋਈ ਵੀ ਕੰਮ ਕਰਦੇ ਹੋਏ, ਆਪਣੀ ਡਿਊਟੀ ਕਰਦੇ ਹੋਏ ਆਪਣੇ ਆਪ ਨੂੰ ਇਸ ਤੋਂ ਨਿਰਲੇਪ ਕਰਨਾ, ਇਹੀ ਸਾਧਨਾ ਹੈ, ਇਹੀ ਭਗਤੀ ਹੈ, ਇਹੀ ਤਪ ਹੈ। ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਨੀਐ। ਤਪ ਕੀ ਹੈ? ਚਿੱਤ ਦੀ ਇਕਾਗਰਤਾ, ਮਨ ਇਕਾਗਰ ਹੋਵੇ, ਇਸ ਨੂੰ ਤਪ ਕਹਿੰਦੇ ਹੈ। ਜਿੰਨਾ ਕੋਈ ਤਪ ਕਰਦਾ, ਹੱਠ ਤਪ ਕਰਦਾ ਹੈ, ਅੰਮ੍ਰਿਤ ਵੇਲੇ ਉੱਠਦਾ, ਗੁਰਬਾਣੀ ਪੜ੍ਹਦਾ, ਪੂਜਾ ਪਾਠ ਕਰਦਾ ਹੈ, ਮੰਦਰ ਗੁਰਦੁਆਰੇ ਜਾਂਦਾ, ਜਿੰਨੀ ਕੋਈ ਤਪੱਸਿਆ ਕਿਸੇ ਤਰ੍ਹਾਂ ਦੀ ਵੀ ਕੋਈ ਕਰਦਾ ਹੈ, ਉਹਦਾ ਮਤਲਬ ਇਹੀ ਹੈ ਵੀ ਉਹਨੂੰ ਚਿੱਤ ਦੀ ਇਕਾਗਰਤਾ ਦੀ ਪ੍ਰਾਪਤੀ ਹੋ ਜਾਵੇ। ਚਿੱਤ ਇਕਾਗਰ ਹੋਵੇਗਾ ਤਾਂ ਹੀ ਉਸਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਪਰ ਜਦੋਂ ਉਹ ਕੋਈ ਵੀ ਕੰਮ ਕਰਦਾ ਕਹੇਗਾ ਮੈਂ ਕਰਦਾ ਹਾਂ, ਫਿਰ ਉਹਨੂੰ ਬੰਧਨ ਪਵੇਗਾ। ਬਹੁਤ ਵੱਡਾ ਇਹ ਕਰਮ ਜਾਲ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਸ੍ਰੀ ਅਕਾਲ ਉਸਤਤ ਦੇ ਅਖੀਰ ਵਿੱਚ ਇਹ ਪਾਵਨ 2 ਪੰਕਤੀਆਂ ਲਿਖੀਆਂ ਨੇ। ਸਾਤੋਂ ਆਕਾਸ਼ ਸਾਤੋਂ ਪਤਾਰ, ਬਿਥਰਿਓ ਅਦ੍ਰਿਸ਼ਟ ਜਿਹੇ ਕਰਮ ਜਾਰ। ਕਹਿੰਦੇ 7 ਆਕਾਸ਼ਾਂ 7 ਪਤਾਲਾਂ, ਖੰਡਾਂ ਬ੍ਰਹਮੰਡਾਂ ਵਿੱਚ, ਸਾਰੀ ਸ੍ਰਿਸ਼ਟੀ ਵਿੱਚ, ਪੂਰੇ ਗਲੋਬਲ ਵਿੱਚ ਅਦ੍ਰਿਸ਼ਟ ਕਰਮਾਂ ਦਾ ਜਾਲ ਪਸਰਿਆ ਹੋਇਆ ਹੈ। ਕਰਮ ਜਾਲ ਇਤਨਾ ਵੱਡਾ ਹੈ ਵੀ ਉਸ ਤੋਂ ਚੰਦ ਸੂਰਜ ਵੀ ਬਾਹਰ ਨਹੀਂ ਨਿਕਲ ਸਕਦੇ। ਸੂਰਜ ਨੂੰ ਵੀ ਟਾਈਮ ਦੇ ਨਾਲ ਪ੍ਰਕਾਸ਼ ਕਰਨਾ ਪੈਂਦਾ। ਧਰਤੀ ਨੂੰ ਆਪਣੇ ਹਿਸਾਬ ਨਾਲ ਆਪਣੀ ਆਪਣੀ ਡਿਊਟੀ ਨਿਭਾਉਣੀ ਪੈਂਦੀ। ਹਵਾ ਨੂੰ ਆਪਣੀ, ਪਾਣੀ ਨੂੰ ਆਪਣੀ, ਅੱਗ ਨੂੰ ਆਪਣੀ। ਇਹ 5 ਤੱਤ ਵੀ, ਚੰਦ ਸੂਰਜ ਗ੍ਰਹਿ ਤਾਰੇ ਨਛੱਤਰ ਖੰਡ ਬ੍ਰਹਮੰਡ, ਸਭ ਕਰਮ ਜਾਲ ਦੇ ਵਿੱਚ ਫਸੇ ਹੋਏ ਹਨ। ਕੋਈ ਕਰਮਾਂ ਤੋਂ ਬਾਹਰ ਨਹੀਂ ਹੈ, ਕੋਈ ਨਿਸ਼ਕਰਿਆ ਨਹੀਂ ਹੈ। ਇਹੀ ਤਾਂ ਬੰਧਨ ਹੈ। ਕਰਮ ਧਰਮ ਸਭ ਬੰਧਨਾ, ਇਹ ਸਭ ਬੰਧਨ ਬਣ ਗਏ। ਧਰਮ ਵੀ ਬੰਧਨ ਹੈ। ਇਹ ਮੇਰਾ ਧਰਮ ਹੈ, ਮੈਂ ਇਸ ਨੂੰ ਕਰਾਂਗਾ, ਮੈਂ ਇਸ ਨੂੰ ਨਿਭਾਵਾਂਗਾ, ਫਿਰ ਉੱਥੇ ਬੰਧਨ ਹੈ। ਕਿਉਂਕਿ ਇਹਨਾਂ ਸਾਰੀਆਂ ਗੱਲਾਂ ਨੂੰ ਸਾਧਕ ਬੰਦਾ ਹੀ ਸਮਝ ਸਕਦਾ ਹੈ। ਜਿਹੜਾ ਕਦੀ ਤੁਰਿਆ ਹੀ ਨਹੀਂ ਇਸ ਮਾਰਗ 'ਤੇ, ਅਜੇ ਤਾਂ ਅਸੀਂ ਸਾਧ ਸੰਗਤ ਜੀ ਸੁਣ ਵੀ ਨਹੀਂ ਸਕੇ। ਮੈਂ ਆਪਣੀ ਗੱਲ ਕਰਦਾ, ਅਜੇ ਤਾਂ ਸੁਣ ਰਹੇ ਹਾਂ। ਸੁਣ ਕੇ ਮੰਨਣਾ ਬਾਅਦ ਦੀ ਗੱਲ ਹੈ, ਅਤੇ ਫਿਰ ਉਹਦੇ ਉੱਤੇ ਨਿਧਿਆਸਨ ਕਰਾਂਗੇ, ਫਿਰ ਜਾ ਕੇ ਕਿਤੇ ਕੋਈ ਗੱਲ ਬਣੇਗੀ। ਇਹ ਸੌਖਾ ਜਿਹਾ ਮਾਰਗ ਨਹੀਂ ਹੈ, ਕਰੋੜਾਂ ਜਨਮਾਂ ਦੀ ਸਾਧਨਾ ਹੈ। ਆਖੋ ਸ੍ਰੀ ਵਾਹਿਗੁਰੂ। ਅਤੇ ਜੇ
ਕਰਮ ਕਰਕੇ ਬੰਧਨ ਪਾ ਲਿਆ, ਮੈਂ ਕਰਮ ਕਰਦਾ ਹਾਂ, ਮੇਰਾ ਧਰਮ ਹੈ। ਗੁਰੂ ਸਾਹਿਬ ਜੀ ਨੇ ਦੋਵੇਂ ਪੱਖ ਦੱਸੇ ਨੇ ਬਾਣੀ ਵਿੱਚ। ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਸਾਹਿਬ ਜੀ ਫਰਮਾਉਂਦੇ ਹਨ, ਇੱਕ ਪਾਸੇ ਕਰਮ ਬੰਧਨ ਹੈ, ਧਰਮ ਬੰਧਨ ਹੈ, ਦੂਜੇ ਪਾਸੇ ਇਹੀ ਕਰਮ ਧਰਮ ਪਾਰ ਲੰਘਾਉਣ ਦਾ ਸਾਧਨ ਵੀ ਹੈ। ਕਿਵੇਂ? ਜੇ ਇਹ ਕਰਮ ਵਾਹਿਗੁਰੂ ਨੂੰ ਸਮਰਪਿਤ ਕਰ ਦਈਏ। ਜਿਵੇਂ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਇਸ ਦਾ ਮਸਲੇ ਦਾ ਹੱਲ ਇਉਂ ਲਿਖਦੇ ਨੇ। ਉਹ ਕਹਿੰਦੇ ਨੇ, ਅਰਜਨ ਤੂੰ ਕਰਮ ਕਰ, ਆਪਣਾ ਧਰਮ, ਆਪਣਾ ਫਰਜ਼, ਆਪਣੀ ਡਿਊਟੀ, ਕਿਉਂਕਿ ਤੂੰ ਛਤਰੀ ਹੈ, ਸੂਰਬੀਰ ਹੈ, ਰਾਜਾ ਹੈ, ਪ੍ਰਜਾ ਦੀ, ਦੇਸ਼ ਦੀ, ਧਰਮ ਦੀ, ਕਾਨੂੰਨ ਦੀ, ਵਿਵਸਥਾ ਦੀ ਰਾਖੀ ਕਰਨੀ ਤੇਰਾ ਫਰਜ਼ ਹੈ। ਅਤੇ ਤੂੰ ਆਪਣੇ ਕੌਮ ਲਈ, ਆਪਣੇ ਦੇਸ਼ ਲਈ, ਆਪਣੇ ਧਰਮ ਲਈ, ਆਪਣੇ ਰਾਜ ਲਈ, ਆਪਣੇ ਫਰਜ਼ ਲਈ ਜੂਝ, ਜੰਗ ਕਰ, ਤੂੰ ਕਰਮ ਕਰ। ਕੋਈ ਵੀ ਤੇਰਾ ਕਰਮ ਹੈ, ਇਹ ਨਹੀਂ ਵੀ ਇਕੱਲਾ ਜੰਗ ਹੀ ਕਰਮ ਹੈ। ਹੋ ਸਕਦਾ ਕਿਸੇ ਦਾ ਵਿੱਦਿਆ ਪੜ੍ਹਨੀ ਕਰਮ ਹੋਵੇ, ਪੜ੍ਹਾਉਣਾ ਕਰਮ ਹੋਵੇ, ਕਿਸੇ ਦਾ ਕੋਈ ਹੋਰ ਕਰਮ ਹੋਵੇ। ਉਹ ਜਿਹੜਾ ਵੀ ਕਰਮ ਹੈ ਉਹ ਤੂੰ ਕਰ, ਪਰ ਉਹਦੇ ਫਲ ਦੀ ਇੱਛਾ ਤਿਆਗ ਕੇ। ਕਰਮ ਕਰਤ ਹੋਵੇ ਨੇਹ ਕਰਮ, ਫਿਰ ਤੂੰ ਨਿਸ਼ਕਾਮੀ ਹੋ ਜਾਏਗਾ। ਸੇਵਾ ਕਰਤ ਹੋਏ ਨੇਹ ਕਾਮੀ, ਸੇਵਾ ਵੀ ਕਰਮ ਹੈ, ਪਰ ਉਹਦਾ ਫਲ ਕੋਈ ਨਾ ਮੰਗੇ। ਇਸ ਸੇਵਾ ਦੇ ਬਦਲੇ 'ਚ ਮੈਨੂੰ ਆਹ ਮਿਲਣਾ ਚਾਹੀਦਾ। ਕੁਛ ਵੀ, ਵਡਿਆਈ ਵੀ ਸੇਵਾ ਦਾ ਇੱਕ ਫਲ ਹੁੰਦਾ। ਕਈ ਲੋਕ ਮੰਦਰ ਗੁਰਦੁਆਰਿਆਂ ਵਿੱਚ ਸੇਵਾ ਕਰਦੇ, ਪਰ ਉਹ ਹੋਰ ਕੁਛ ਨਾ ਮੰਗਣ ਤਾਂ ਕਮ ਸੇ ਕਮ ਇਹ ਤਾਂ ਹੁੰਦਾ ਵੀ ਮੈਂ ਸੇਵਾ ਕਰ ਰਿਹਾ, ਇਹ ਮੇਰੀ ਸੇਵਾ ਹੈ। ਔਰ ਕਈ ਸੇਵਾ 'ਤੇ ਮੈਂ ਦੇਖਿਆ ਲੜ ਵੀ ਪੈਂਦੇ ਆ। ਕਹਿੰਦੇ ਇੱਥੇ ਭਾਂਡੇ ਮੈਂ ਮਾਂਜਣੇ ਸੀ, ਤੂੰ ਕਿਉਂ ਮਾਂਜਣ ਆ ਗਿਆ? ਇੱਥੇ ਸਰੋਵਰ ਦੀ ਸੇਵਾ ਮੈਂ ਕਰਨੀ ਸੀ, ਤੂੰ ਕਿਉਂ ਕਰਨ ਆ ਗਿਆ? ਆਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਮੈਂ ਕਰਨਾ ਸੀ, ਤੂੰ ਕਿਉਂ ਆ ਗਿਆ? ਆਹ ਝਾੜੂ ਮੈਂ ਫੇਰਨਾ ਸੀ, ਤੂੰ ਕਿਉਂ ਫੇਰਦਾ ਹੈ? ਉੱਥੇ ਵੀ ਬੰਧਨ ਪੈ ਜਾਂਦਾ ਹੈ। ਕਈ ਤਰ੍ਹਾਂ ਦੇ ਬੰਧਨ ਹਨ, ਅਤੇ ਧਰਮ ਦੇ ਬੰਧਨ ਤਾਂ ਪ੍ਰਤੱਖ ਹੀ ਦੇਖੇ ਜਾ ਰਹੇ ਹਨ। ਇਸ ਸੰਸਾਰ ਦੇ ਵਿੱਚ ਜਿੰਨਾ ਧਰਮ ਨੇ ਕਲਾ ਕਲੇਸ਼ ਕੀਤਾ ਹੈ, ਸ਼ਾਇਦ ਹੋਰ ਕਿਸੇ ਨੇ ਨਾ ਕੀਤਾ ਹੋਵੇ। ਲੱਖਾਂ ਕਰੋੜਾਂ ਬੰਦੇ ਧਰਮ ਦੀ ਗਲਤ ਜਾਣਕਾਰੀ ਕਰਕੇ ਮਾਰੇ ਗਏ, ਲੜ ਕੇ, ਦੰਗੇ ਫਸਾਦ। 1947 ਅਤੇ 1984 ਸਾਡੇ ਸਾਹਮਣੇ ਹੋਇਆ ਹੈ। ਪਿਛਲੇ ਯੁੱਗਾਂ ਦੀਆਂ ਗੱਲਾਂ ਛੱਡੋ, 1947 ਵਿੱਚ ਹੀ 10 ਲੱਖ ਤੋਂ ਵੱਧ ਬੰਦਾ ਪੰਜਾਬ ਵਿੱਚ ਮਾਰਿਆ ਗਿਆ ਸੀ, ਧਰਮ ਦੇ ਨਾਂ 'ਤੇ, ਵੀ ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਮੁਸਲਮਾਨ ਹੈ। ਅਤੇ 1984 ਦੇ ਵਿੱਚ ਦੇਖੋ, ਹਜ਼ਾਰਾਂ ਲੱਖਾਂ ਲੋਕ ਉਸ ਤੋਂ ਬਾਅਦ ਵੀ ਧਰਮ ਦੇ ਨਾਂ 'ਤੇ ਹੀ ਲੜ ਕੇ ਮਾਰੇ ਗਏ ਹਨ। ਅਤੇ ਵਰਲਡ ਵਿੱਚ, ਇਕੱਲੇ ਹਿੰਦੁਸਤਾਨ ਵਿੱਚ ਨਹੀਂ, ਸਾਊਦੀ ਅਰਬ ਵਿੱਚ, ਇਰਾਨ, ਇਰਾਕ ਵਿੱਚ, ਹੋਰ ਮੁਲਕਾਂ ਵਿੱਚ ਲੜਾਈਆਂ, ਈਸਾਈਆਂ ਦੀਆਂ, ਮੁਸਲਮਾਨਾਂ ਦੀਆਂ, ਯਹੂਦੀਆਂ ਅਤੇ ਈਸਾਈਆਂ ਦੀਆਂ ਕਿੰਨੀਆਂ ਜੰਗਾਂ, ਯੁੱਧਾਂ ਦੇ ਵਿੱਚ ਇਹ ਨੁਕਸਾਨ ਹੋਇਆ, ਜਾਨੀ ਔਰ ਮਾਲੀ। ਕਾਰਨ ਇੱਕੋ ਹੀ ਸੀ, ਧਰਮ ਦੀ ਗਲਤ ਜਾਣਕਾਰੀ, ਧਰਮ ਦੀ ਸਹੀ ਨੌਲੇਜ ਨਹੀਂ। ਸਾਡਾ ਧਰਮ ਵੱਡਾ, ਤੁਹਾਡਾ ਛੋਟਾ ਹੈ। ਸਾਡਾ ਧਰਮ ਸਹੀ ਹੈ, ਤੁਹਾਡਾ ਧਰਮ ਗਲਤ ਹੈ। ਇਸ ਗੱਲ ਨੇ ਕਿੰਨੀ ਦੁਨੀਆ ਲੜਾ ਕੇ ਮਾਰ ਦਿੱਤੀ ਹੈ। ਕੀ ਧਰਮ ਬੰਧਨ ਨਹੀਂ ਬਣਿਆ? ਧਰਮ ਬੰਧਨ ਬਣ ਗਿਆ। ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ, ਕਰਮ ਧਰਮ ਸਭ ਬੰਧਨਾ। ਕਿਉਂਕਿ ਮੈਂ ਨਹੀਂ ਗਈ, ਹੰਕਾਰ ਨਹੀਂ ਗਿਆ, ਈਗੋ ਨਹੀਂ ਗਈ। ਜੇ ਕਿਤੇ ਧਰਮ ਨੂੰ ਸਹੀ ਤਰੀਕੇ ਨਾਲ ਸਮਝਿਆ ਜਾਵੇ, ਧਰਮ ਤਾਂ ਬੜੀ ਉੱਚੀ ਚੀਜ਼ ਹੈ, ਬੜੀ ਪਵਿੱਤਰ। ਧਰਮ ਤਾਂ ਬੰਦੇ ਦੇ ਬੰਧਨ ਖੋਲ੍ਹਣ ਵਾਸਤੇ ਮਹਾਂਪੁਰਸ਼ਾਂ ਨੇ ਬਣਾਇਆ ਹੈ। ਧਰਮ ਬੰਧਨ ਨੂੰ ਖੋਲ੍ਹਣ ਵਾਸਤੇ ਬਣਾਇਆ ਹੈ। ਇਨਸਾਨ ਦੀ ਫਿਤਰਤ ਹੈ, ਹਰ ਚੰਗੀ ਚੀਜ਼ ਨੂੰ ਮਾੜਾ ਬਣਾ ਲੈਂਦਾ ਹੈ, ਹਰ ਚੰਗੀ ਚੀਜ਼ ਨੂੰ ਗਲਤ ਰਸਤੇ 'ਤੇ, ਗਲਤ ਤਰੀਕੇ ਨਾਲ ਵਰਤ ਲੈਂਦਾ ਹੈ।
ਆ ਜਿਹੜੀ ਸ਼ਰਾਬ ਹੈ ਇਹ ਕਿਸੇ ਜ਼ਮਾਨੇ ਵਿੱਚ ਦਵਾਈ ਬਣਾਈ ਸੀ ਦੇਵਤਿਆਂ ਨੇ। ਜਦੋਂ ਕੋਈ ਬੰਦੇ ਨੂੰ ਦਰਦ ਹੁੰਦੀ ਹੋਵੇ, ਆਪਰੇਸ਼ਨ ਕਰਨਾ ਹੋਵੇ, ਚੀਰ ਫਾੜ ਕਰਨੀ ਹੋਵੇ, ਉਹਨੂੰ ਪਿਆ ਦਿੰਦੇ ਸੀ। ਉਹਨੂੰ 2-4 ਮਿੰਟ, ਘੰਟਾ, ਅੱਧਾ ਘੰਟਾ, 2 ਘੰਟੇ ਬੇਹੋਸ਼ ਕਰ ਲੈਣਾ, ਫਿਰ ਉਹਨੂੰ ਠੀਕ ਕਰ ਲੈਣਾ। ਅਤੇ ਲੋਕਾਂ ਨੇ ਨਸ਼ਾ ਬਣਾ ਲਿਆ, ਸਾਰੇ ਹੀ ਪੀਣ ਲੱਗ ਪਏ। ਉਹ ਨਸ਼ਾ ਐਸਾ ਬਣਿਆ ਹੁਣ ਘਰ ਖਰਾਬ ਹੈ। ਉਹ ਕਹਿੰਦੇ ਨੇ ਸ਼ਰਾਬ ਖਾਨਾ ਖਰਾਬ। ਜਿਹੜੇ ਘਰ 'ਚ ਸ਼ਰਾਬ ਵੜ ਜਾਂਦੀ ਹੈ ਉਹ ਘਰ ਬਰਬਾਦ ਹੋ ਜਾਂਦਾ, ਤਬਾਹ ਹੋ ਜਾਂਦਾ। ਬਣਾਈ ਤਾਂ ਦਵਾਈ ਸੀ ਅਤੇ ਬਣਾ ਲਈ ਜ਼ਹਿਰ। ਅੰਮ੍ਰਿਤ ਨੂੰ ਜ਼ਹਿਰ ਬਣਾ ਲੈਣਾ ਇਹ ਮਨੁੱਖ ਦੀ ਫਿਤਰਤ ਰਹੀ ਹੈ। ਧਰਮ ਇੱਕ ਅੰਮ੍ਰਿਤ ਹੈ। ਧਰਮ ਇੱਕ ਜ਼ਿੰਦਗੀ ਦਾ ਇੱਕ ਹੁਲਾਰਾ ਹੈ, ਇੱਕ ਸਵਰਗ ਦਾ ਝੂਟਾ ਹੈ, ਇੱਕ ਜ਼ਿੰਦਗੀ ਦਾ, ਇਸ ਮਨੁੱਖਾ ਜਨਮ ਦਾ ਸਭ ਤੋਂ ਮਹੱਤਵਪੂਰਨ ਅੰਗ ਧਰਮ ਹੈ। ਧਰਮ, ਅਰਥ, ਕਾਮ ਅਤੇ ਮੋਕਸ਼ 4 ਪਦਾਰਥ ਹੀ ਹਨ। ਪਰ ਦੇਖੋ ਇੰਨੀ ਮਹਾਨ ਚੀਜ਼ ਨੂੰ, ਧਰਮ ਨੂੰ, ਇਨਸਾਨ ਨੇ ਬੰਧਨ ਬਣਾ ਲਿਆ। ਉਹ ਆਪਣੇ ਗਲ ਦੇ ਵਿੱਚ ਸੰਗਲ ਪਾ ਬੈਠਾ, ਮੇਰਾ ਧਰਮ ਹੈ, ਮੈਂ ਇਹ ਕਰਾਂਗਾ, ਮੇਰਾ ਧਰਮ ਸਹੀ ਹੈ, ਤੇਰਾ ਧਰਮ ਗਲਤ ਹੈ। ਲੜ ਲੜ ਕੇ ਮਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਮ ਧਰਮ ਸਭ ਬੰਧਨਾ। ਕਰਮ ਧਰਮ ਸਭ ਬੰਧਨ ਬਣ ਗਏ। ਪਾਪ ਪੁੰਨ ਸੰਬੰਧ, ਨਾਲ ਪਾਪ ਪੁੰਨ ਦਾ ਬੰਧਨ ਵੀ ਹੈ। ਪਾਪ ਪੁੰਨ, ਇਹ ਪਾਪ ਹੈ, ਇਹ ਪੁੰਨ ਹੈ। ਧਰਮ ਦੇ ਵਿੱਚ ਜਦੋਂ ਇਹ ਵਿਚਾਰ ਚੱਲਦੀ ਹੈ ਵੀ ਪਾਪ ਕੀ ਹੈ ਅਤੇ ਪੁੰਨ ਕੀ ਹੈ, ਕਰਨੀ ਪੈਂਦੀ ਹੈ ਵਿਚਾਰ। ਕਿਉਂਕਿ ਜੇ ਵਿਚਾਰ ਨਾ ਕਰੀਏ ਤਾਂ ਵੀ ਜ਼ਿੰਦਗੀ ਜਿਹੜੀ ਹੈ ਉਹ ਸੁਖੀ ਨਹੀਂ ਹੋ ਸਕਦੀ। ਵਿਚਾਰ ਕੀਤੀ ਜਾਂਦੀ ਹੈ ਵੀ ਇਹ ਪਾਪ ਹੈ, ਇਹ ਨਹੀਂ ਕਰਨਾ, ਇਹ ਪੁੰਨ ਹੈ, ਇਹ ਕਰਨਾ ਹੈ। ਪਰ ਜਿੱਥੇ ਸਾਰਾ ਦਾਰੋ ਮਦਾਰ ਇਸੇ ਵਿਚਾਰ 'ਤੇ ਖੜ੍ਹ ਜਾਵੇ, ਅੱਗੇ ਤੁਰੇ ਹੀ ਨਾ, ਕੋਈ 10 ਪੌੜੀਆਂ ਚੜ੍ਹ ਕੇ ਖਲੋ ਜਾਵੇ ਅਤੇ ਅੱਗੇ ਜੇ ਹੋਰ ਪੌੜੀਆਂ ਬਹੁਤ ਹੋਣ, ਉੱਪਰ ਨਾ ਚੜ੍ਹੇ, ਉੱਥੇ ਖੜ੍ਹਾ ਦੁਖੀ ਹੋਵੇਗਾ। ਸ੍ਰੀ ਹੇਮਕੁੰਟ ਸਾਹਿਬ ਜਾਈਦਾ, ਰਸਤੇ 'ਚ ਬੜੀ ਚੜ੍ਹਾਈ ਆਉਂਦੀ ਹੈ। ਕੋਈ ਮੀਲ 2 ਮੀਲ ਜਾ ਕੇ ਖਲੋ ਹੀ ਜਾਵੇ, ਉਹਨੂੰ ਬਿਰਥਾ ਬੇਲੋੜਾ ਪਰਿਸ਼ਰਮ ਕਰਨਾ ਪਿਆ। ਜਾਂ ਤਾਂ ਉੱਪਰ ਜਾਵੇ ਜਾਂ ਥੱਲਿਓਂ ਹੀ ਜਾਵੇ ਹੀ ਨਾ। ਜਦੋਂ ਇਸ ਪਾਸੇ ਤੁਰ ਪਿਆ ਅਤੇ ਵਿਚਕਾਰ ਜਾ ਕੇ ਖੜ੍ਹ ਗਿਆ, ਉਹ ਚੀਜ਼ ਉਹਨੂੰ ਤਕਲੀਫ ਦੇਵੇਗੀ, ਦੁੱਖ ਦੇਵੇਗੀ। ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਜਾਂ ਤਾਂ ਉੱਪਰ ਚੜ੍ਹ ਜਾਓ ਅਤੇ ਜਾਂ ਥੱਲੇ ਹੀ ਰਹੋ। ਐਵੇਂ ਆਪਣੇ ਗੋਡਿਆਂ ਦਾ ਜ਼ੋਰ ਨਾ ਲਾਓ। ਹੁੰਦਾ ਕੀ ਹੈ, ਅਸੀਂ ਧਰਮ ਦੇ ਰਾਹ 'ਤੇ ਤੁਰ ਪੈਂਦੇ ਹਾਂ, ਕੋਈ ਕਿਤੇ ਖੜ੍ਹ ਜਾਂਦਾ, ਕੋਈ ਕਿਤੇ ਖੜ੍ਹ ਜਾਂਦਾ। ਪਾਪ ਅਤੇ ਪੁੰਨ ਦੀ ਜਦੋਂ ਵਿਚਾਰ ਆਉਂਦੀ ਹੈ, ਬਹੁਤੇ ਲੋਕ ਉੱਥੇ ਹੀ ਖੜ੍ਹੇ ਰਹਿੰਦੇ ਸਾਰੀ ਜ਼ਿੰਦਗੀ, ਇਹ ਪਾਪ ਹੈ, ਇਹ ਪੁੰਨ ਹੈ। ਪਾਪ ਪੁੰਨ ਦੀ ਵਿਚਾਰ ਕਰਨੀ ਜ਼ਰੂਰੀ ਹੈ, ਪਰ ਸਾਰਾ ਟਾਈਮ ਉਸੇ ਉੱਤੇ ਲਾ ਦੇਣਾ ਤਾਂ ਮਹਾਰਾਜ ਕਹਿੰਦੇ ਉਹ ਵੀ ਬੰਧਨ ਹੈ। ਪਾਪ ਪੁੰਨ ਸੰਬੰਧ, ਉਹ ਵੀ ਬੰਧਨ ਹੈ। ਮਮਤਾ ਮੋਹ ਸੋ ਬੰਧਨਾ, ਫਿਰ ਮਮਤਾ ਅਤੇ ਮੋਹ ਦਾ ਬੰਧਨ ਹੈ। ਮੋਹਿਤ ਹੋਇਆ ਜੀਵ, ਸਭ ਤੋਂ ਵੱਡਾ ਸਾਧ ਸੰਗਤ ਜੀ ਬੰਧਨ ਮੋਹ ਦਾ ਹੈ। ਮੈਂ ਅਤੇ ਮੇਰੀ, ਇਹ ਵਸਤੂ ਮੇਰੀ ਹੈ, ਪਲਾਟ ਮੇਰਾ ਹੈ, ਇਹ ਘਰ ਮੇਰਾ ਹੈ, ਇਹ ਜ਼ਮੀਨ ਮੇਰੀ ਹੈ। ਜ਼ਮੀਨ ਪਿੱਛੇ 1 ਇੰਚ ਪਿੱਛੇ ਲੋਕ ਕਤਲ ਹੋ ਜਾਂਦੇ ਆ, ਮਰ ਜਾਂਦੇ ਆ, ਮਾਰ ਦਿੰਦੇ, ਕਹਿੰਦੇ ਮੇਰੀ ਜ਼ਮੀਨ ਹੈ, ਤੂੰ ਇੱਥੇ ਕਿਵੇਂ ਆ ਗਿਆ। ਹਾਲਾਂਕਿ ਇਹ ਪਤਾ ਹੈ ਇਹ ਜ਼ਮੀਨ ਨਾ ਮੇਰੀ ਹੈ ਨਾ ਤੇਰੀ ਹੈ। ਜਿਸ ਜ਼ਮੀਨ 'ਤੇ ਅੱਜ ਮੇਰਾ ਹਲ ਵਗਦਾ, 100 ਸਾਲ ਪਹਿਲਾਂ ਕਿਸੇ ਦਾ ਹੋਰ ਵਗਦਾ ਸੀ, 200 ਸਾਲ ਪਹਿਲਾਂ ਕਿਸੇ ਹੋਰ ਦਾ ਹਲ ਵਗਦਾ ਸੀ, 100 ਸਾਲ ਬਾਅਦ ਪਤਾ ਨਹੀਂ ਕਿਸ ਦਾ ਵਗੇਗਾ। ਜਿੱਥੇ ਜਿਸ ਮਕਾਨ ਵਿੱਚ ਅੱਜ ਮੈਂ ਰਹਿ ਰਿਹਾ, 30 ਸਾਲ ਪਹਿਲਾਂ, 40 ਸਾਲ ਪਹਿਲਾਂ, 50 ਸਾਲ ਪਹਿਲਾਂ ਇੱਥੇ ਪਤਾ ਨਹੀਂ ਕੌਣ ਰਹਿੰਦਾ ਸੀ। ਆਉਣ ਵਾਲੇ 150 ਸਾਲ ਨੂੰ ਇਹਨਾਂ ਮਕਾਨਾਂ 'ਚ ਪਤਾ ਨਹੀਂ ਕਿਸ ਨੇ ਰਹਿਣਾ ਹੈ।
ਪਰ ਬੰਧਨ ਮੈਂ ਮੇਰੀ ਦਾ ਪਿਆ ਹੋਇਆ ਹੈ। ਮਮਤਾ ਮੋਹ ਸੋ ਬੰਧਨਾ, ਮਮਤਾ ਮੋਹ ਦਾ ਬੰਧਨ ਹੈ। ਪੁੱਤਰ ਕਲੱਤਰ ਸੋ ਧੰਦ, ਪੁੱਤਰ ਧੀਆਂ ਦੇ ਧੰਦੇ, ਇਹ ਵੀ ਬੜਾ ਵੱਡਾ ਬੰਧਨ ਹੈ। ਬੰਧਨ ਮਾਤ ਪਿਤਾ, ਮਹਾਰਾਜ ਨੇ ਬਾਣੀ 'ਚ ਸਾਰਾ ਕੁਝ ਲਿਖਿਆ ਹੋਇਆ। ਮਾਂ ਪਿਓ ਬੰਧਨ, ਬੰਧਨ ਸੁੱਤ ਕੰਨਿਆ ਅਰਨਾਰ, ਪੁੱਤਰ ਧੀਆਂ ਪਤਨੀ, ਇਹ ਵੀ ਬੰਧਨ ਹੈ। ਮਮਤਾ ਮੋਹ ਦਾ ਬੰਧਨ ਹੈ, ਪਾਪ ਪੁੰਨ ਦਾ ਬੰਧਨ ਹੈ, ਕਰਮ ਧਰਮ ਦਾ ਬੰਧਨ ਹੈ। ਆਹਾ, ਹੁਣ ਮਹਾਰਾਜ ਬਹੁਤ ਉੱਚਾ ਬਚਨ ਕਹਿੰਦੇ, ਜਹ ਦੇਖਾਂ ਤਹ ਜੇਵਰੀ, ਮਾਇਆ ਕਾ ਸੰਬੰਧ। ਜਿੱਥੇ ਵੀ ਮੈਂ ਦੇਖਦਾ ਉੱਥੇ ਹੀ ਜੇਵਰੀ ਪਈ। ਜੇਵਰੀ ਕਹਿੰਦੇ ਨੇ ਸੰਗਲ, ਰੱਸਾ, ਜਿਵੇਂ ਕਿਸੇ ਨੂੰ ਬੰਨ੍ਹਣਾ ਹੋਵੇ ਨਾ, ਰੱਸੇ ਨਾਲ ਬੰਨ੍ਹ ਦਿੰਦੇ ਆ, ਸੰਗਲ ਨਾਲ ਬੰਨ੍ਹ ਦਿੰਦੇ ਆ। ਆਹ ਦੁਨੀਆ ਸਾਰੀ ਬੰਨੀ ਹੋਈ ਹੈ, ਅਤੇ ਬੰਧਨ ਵੀ ਕਲਪਤ ਹੀ ਹੈ, ਝੂਠਾ ਹੀ ਹੈ। ਕਿਸੇ ਘੁਮਿਆਰ ਦੇ ਕੋਲ 10 ਖੋਤੇ ਸਨ, ਗਧੇ, ਅਤੇ ਉਹ ਜਦੋਂ ਕਿਤੇ ਆਇਆ ਅਤੇ ਉਹ ਆਪਣੇ ਗਧੇ ਬੰਨ੍ਹਣ ਲੱਗਾ। ਰੱਸੀਆਂ ਪਾਈਆਂ, ਗਲ 'ਚ ਰੱਸੀ ਪਾਈ ਅਤੇ ਬੰਨ੍ਹ ਤਾ, ਦੂਜੇ ਨੂੰ ਪਾਈ ਉਹ ਵੀ ਬੰਨ੍ਹਤਾ, ਤੀਜੇ ਨੂੰ ਪਾਈ ਉਹ ਵੀ ਬੰਨ੍ਹਤਾ। ਜਦੋਂ 9 ਗਧੇ ਬੰਨ੍ਹੇ ਗਏ ਅਤੇ 10ਵੇਂ ਵਾਸਤੇ ਰੱਸੀ ਕੋਈ ਨਾ ਮਿਲੇ। ਘੁਮਿਆਰ ਬੜਾ ਪਰੇਸ਼ਾਨ, ਬਈ ਮੇਰਾ 10ਵਾਂ ਗਧਾ, ਇਹਨੂੰ ਮੈਂ ਹੁਣ ਕਿਵੇਂ ਬੰਨਾਂ, ਰਾਤ ਨੂੰ ਸੌਣਾ ਵੀ ਹੈ। ਕੋਈ ਮਹਾਤਮਾ ਦੂਰੋਂ ਬੈਠੇ ਦੇਖ ਰਹੇ ਸੀ, ਸਿਆਣੇ ਸੀ। ਉਹ ਕਹਿੰਦੇ ਭਾਈ ਕਿਉਂ ਪਰੇਸ਼ਾਨ ਹੋਣਾ? ਉਹ ਕਹਿੰਦਾ ਜੀ ਪਰੇਸ਼ਾਨੀ ਦਾ ਕਾਰਨ ਹੈ, ਆਹ ਮੇਰਾ 10ਵਾਂ ਗਧਾ ਹੈ, ਇਹਨੂੰ ਬੰਨ੍ਹਣ ਵਾਸਤੇ ਰੱਸੀ ਕੋਈ ਨਹੀਂ। ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ, ਇਸ ਤਰ੍ਹਾਂ ਕਰ ਵੀ ਜਿਵੇਂ ਇਸ ਤਰ੍ਹਾਂ ਗਲ 'ਚ ਰੱਸੀ ਪਾ ਕੇ ਬੰਨ੍ਹ ਕੇ ਫਿਰ ਤੂੰ ਥੱਲੇ ਖੂੰਟੀ ਨਾਲ ਬੰਨ੍ਹਦਾ, ਇਸ ਗਧੇ ਦੇ ਗਲ 'ਚ ਵੀ ਇੱਦਾਂ ਕਰਕੇ ਹੱਥ ਨਾਲ ਅਤੇ ਇੱਦਾਂ ਕਰਕੇ ਅਤੇ ਖੂੰਟੀ ਨਾਲ ਬੰਨ੍ਹ ਦੇ ਬਸ। ਉਹਨੇ ਉੱਦਾਂ ਹੀ ਕੀਤਾ, ਉਹਦੇ ਪਾ ਕੇ ਹੱਥ ਹੀ ਕੀਤਾ, ਰੱਸੀ ਰੁੱਸੀ ਕੋਈ ਨਹੀਂ ਸੀ, ਬਸ ਇੱਦਾਂ ਕਰਕੇ ਉਹਨੂੰ ਉਹਦੇ ਨਾਲ, ਖੂੰਟੀ ਵੀ ਹੈ ਕੋਈ ਨਹੀਂ ਸੀ, ਉੱਦਾਂ ਹੀ ਬੰਨ੍ਹਤਾ ਵੀ ਹੈ ਬਸ। ਉਹ 9 ਗਧੇ ਵੀ ਖੜ੍ਹੇ ਰਹੇ, 10ਵਾਂ ਵੀ ਨਾਲ ਖੜ੍ਹਾ ਰਿਹਾ ਸਾਰੀ ਰਾਤ। ਸਵੇਰੇ ਹੁਣ ਉੱਠ ਕੇ ਤੁਰਨ ਲੱਗੇ, ਉਹਨੇ 9 ਦੀ ਰੱਸੀ ਖੋਲ੍ਹੀ, 10ਵੇਂ ਨੂੰ ਤਾਂ ਰੱਸੀ ਪਾਈ ਨਹੀਂ ਸੀ, ਉਹਨੂੰ ਖੋਲ੍ਹਿਆ ਨਹੀਂ। 9 ਜਿਹੜੇ ਸੀ ਉਹ ਤੁਰ ਪਏ। ਉਹ 10ਵੇਂ ਨੂੰ ਕਵੇ ਤੁਰੋ, ਤੁਰੇ ਨਾ। ਉਹ ਮਹਾਤਮਾ ਕਹਿੰਦੇ ਬਈ ਜਿਹੜੀ ਰਾਤੀ ਰੱਸੀ ਪਾਈ ਸੀ ਖੋਲ੍ਹੀ ਨਹੀਂ। ਉਹ ਕਹਿੰਦਾ ਜੀ ਰੱਸੀ ਤਾਂ ਪਾਈ ਕੋਈ ਨਹੀਂ ਸੀ। ਕਹਿੰਦੇ ਨਹੀਂ, ਜਿਵੇਂ ਪਾਈ ਸੀ ਉਵੇਂ ਖੋਲ੍ਹ ਦੇ, ਜਿਵੇਂ ਝੂਠੀ ਪਾਈ ਸੀ ਝੂਠੀ ਖੋਲ੍ਹ ਦੇ ਬਸ। ਉਹਨੇ ਉੱਦਾਂ ਹੀ ਕਰਕੇ ਰੱਸੀ ਖੋਲ੍ਹ ਕੇ ਉਹਦੇ ਗਲ 'ਚ, ਤੇ ਚੱਲ ਉਹ ਵੀ ਤੁਰ ਪਿਆ। ਆਪਾਂ ਨੂੰ ਸਾਰਿਆਂ ਨੂੰ ਵੀ ਸਾਧ ਸੰਗਤ ਜੀ, ਇਹ ਸਾਰੀਆਂ ਚੀਜ਼ਾਂ ਸਮਾਜ ਨੂੰ ਚਲਾਉਣ ਵਾਸਤੇ, ਮਾਇਆ ਨੂੰ, ਇਹ ਸਾਰੀਆਂ ਰੱਸੀਆਂ ਪਾਈਆਂ ਹੋਈਆਂ ਨੇ। ਪਰ ਜਿਹੜੇ ਗਿਆਨੀ ਪੁਰਸ਼ ਨੇ ਉਹ ਇਹ ਗੱਲ ਨੂੰ ਸਮਝਦੇ ਨੇ, ਸੰਸਾਰੀ ਲੋਕ ਨਹੀਂ ਸਮਝਦੇ। ਹੁਣ ਗਧਿਆਂ ਨੂੰ ਕਾਬੂ ਵੀ ਰੱਖਣਾ ਜ਼ਰੂਰੀ ਹੈ। ਤਾਂ ਸਾਹਿਬ ਜੀ ਕਹਿੰਦੇ ਜਹ ਦੇਖਾਂ ਤਹ ਜੇਵਰੀ, ਜਿੱਥੇ ਵੀ ਦੇਖਦੇ ਆ ਨਾ ਉੱਥੇ ਹੀ ਰੱਸੀ ਪਈ ਹੋਈ ਹੈ, ਉੱਥੇ ਹੀ ਗਲ 'ਚ ਸੰਗਲ ਪਿਆ ਹੋਇਆ। ਕਾਹਦਾ ਪਿਆ ਹੋਇਆ? ਕਿਹੜੀ ਰੱਸੀ ਹੈ? ਮਾਇਆ ਕਾ ਸੰਬੰਧ। ਮਾਇਆ, ਜਿਵੇਂ ਤੋਤਾ ਉਹ ਪਾਣੀ ਦਾ ਬੱਠਲ ਰੱਖ ਦਿੰਦੇ ਨੇ, ਦੋਵੇਂ ਪਾਸੇ 2 ਕਿੱਲੀਆਂ ਜਿਹੀਆਂ ਗੱਡ ਕੇ ਉੱਤੇ ਇੱਕ ਨਲਕੀ ਉਹਦੇ ਪਾ ਕੇ ਡੱਕੇ ਦੇ ਵਿੱਚ ਪੋਲੀ ਜੀ, ਅਤੇ ਪਾਣੀ ਦੇ ਉੱਪਰ ਉਹਨੂੰ ਇੱਦਾਂ ਲਾ ਦਿੰਦੇ ਨੇ। ਤੋਤਾ ਉੱਤੇ ਪਾਣੀ ਬਹਿਣ ਲਈ ਜਦੋਂ ਬੈਠਦਾ ਪੀਣ ਲਈ, ਉਹ ਨਲਕੀ ਪੁੱਠੀ ਹੋ ਜਾਂਦੀ ਹੈ ਅਤੇ ਉਹ ਥੱਲੇ ਪਾਣੀ ਹੁੰਦਾ, ਇੱਦਾਂ ਉਹਨੂੰ ਫੜ ਲੈਂਦਾ। ਉਹਨੂੰ ਇਹ ਹੁੰਦਾ ਵੀ ਜੇ ਮੈਂ ਇਹਨੂੰ ਛੱਡ ਦਿੱਤਾ ਨਲਕੀ ਨੂੰ, ਮੈਂ ਥੱਲੇ ਡੁੱਬ ਜਾਵਾਂਗਾ। ਇੰਨੇ ਨੂੰ ਤੋਤਾ ਫੜਨ ਵਾਲਾ ਆ ਕੇ ਉਹਨੂੰ ਫੜ ਲੈਂਦਾ। ਗੁਰਬਾਣੀ 'ਚ ਮਹਾਰਾਜ ਨੇ ਇਹ ਐਗਜ਼ੈਂਪਲ 2-4 ਜਗ੍ਹਾ 'ਤੇ ਦਿੱਤੀ ਹੈ। ਸੋ ਕਹਿੰਦੇ ਇਸੇ ਤਰ੍ਹਾਂ ਜੀਵ ਨੂੰ ਇਹ ਹੈ ਵੀ ਜੇ ਮੈਂ ਇਹ ਕੰਮ ਨਾ ਕੀਤਾ ਤਾਂ ਇਹ ਹੋ ਜਾਏਗਾ, ਇਹ ਕੰਮ ਨਾ ਕੀਤਾ ਤਾਂ ਇਹ ਹੋ ਜਾਏਗਾ। ਜੇ ਮੈਂ ਆਪਣੀ ਮਾਂ ਨੂੰ ਨਾ ਪੁੱਛਿਆ ਤਾਂ ਮਰ ਜਾਂਗੇ, ਜੇ ਪਿਓ ਨੂੰ ਨਾ ਪੁੱਛਿਆ ਤਾਂ ਮਰ ਜਾਂਗੇ, ਜੇ ਘਰ ਵਾਲੀ ਨੂੰ ਨਾ ਪੁੱਛਿਆ ਤਾਂ, ਜੇ ਬੱਚਿਆਂ ਨੂੰ, ਪਤਾ ਨਹੀਂ ਕਿੰਨੇ ਕੁ ਬੰਧਨ ਨੇ। ਮੈਂ ਕੰਮ 'ਤੇ ਨਾ ਗਿਆ ਤਾਂ ਕੀ ਬਣੇਗਾ, ਜੇ ਮੈਂ ਪੈਸਾ ਨਾ ਕਮਾਇਆ ਤਾਂ ਕੀ ਕਰਾਂਗਾ।
ਜੇ ਇੱਦਾਂ ਹੋ ਗਿਆ ਤਾਂ ਕੀ ਹੋਏਗਾ, ਇੱਦਾਂ ਹੋ ਗਿਆ ਤਾਂ ਕੀ ਹੋਏਗਾ, ਇੱਦਾਂ ਹੋ ਗਿਆ ਤਾਂ ਕੀ ਹੋਏਗਾ। ਸਾਰਾ ਮਾਇਆ ਜਾਲ ਹੈ ਕੁਛ ਨਹੀਂ, ਹੈ ਉਹ 10ਵਾਂ ਖੋਤਾ ਹੀ ਵੱਜਿਆ ਹੋਇਆ। ਨਾ ਰੱਸੀ, ਨਾ ਸੰਗਲ, ਨਾ ਕਿੱਲਾ, ਨਾ ਖੁੰਟਾ, ਪਰ ਵੱਜਿਆ ਹੋਇਆ। ਕਲਪਤ ਤਾਦਾਤਮੈ ਸੰਬੰਧ ਮਾਇਆ ਦੇ ਨਾਲ ਜਿਹੜਾ ਈਸ਼ਵਰ ਦਾ ਹੋਇਆ ਹੈ ਕਲਪਤ, ਉਹਦੇ ਨਾਲ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਬਣੀ ਹੋਈ ਹੈ। ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ। ਤੀਸਰੇ ਪਾਤਸ਼ਾਹ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਇਹ ਜੀਵ ਅੰਨੀ ਵਰਤਣ 'ਚ ਵਰਤ ਰਹੇ ਨੇ। ਅੰਨੇ ਜੀਵ ਲੱਗੇ ਹੋਏ ਨੇ, ਉਹ ਖੁੰਟੀ ਨਾਲ ਬੱਝੇ ਹੋਏ ਨੇ। ਕੋਈ ਕਰਮ ਦੀ ਖੁੰਟੀ ਨਾਲ ਬੱਝਾ ਹੈ, ਕੋਈ ਧਰਮ ਦੀ ਖੁੰਟੀ ਨਾਲ ਬੱਝਾ ਹੈ, ਕੋਈ ਪਾਪ ਦੀ ਖੁੰਟੀ ਨਾਲ ਬੱਝਾ ਹੈ, ਕੋਈ ਪੁੰਨ ਦੀ ਖੁੰਟੀ ਨਾਲ ਬੱਝਾ ਹੈ, ਕੋਈ ਮਮਤਾ ਨਾਲ ਬੱਝਾ, ਕੋਈ ਮੋਹ ਨਾਲ, ਕੋਈ ਪੁੱਤਰ ਕਲੱਤਰ ਨਾਲ। ਕਹਿੰਦੇ ਜਿੱਥੇ ਨਿਗਾਹ ਮਾਰਦਾ ਹਾਂ ਕਰਮ ਦਾ ਬੰਧਨ ਗਲ 'ਚ ਪਿਆ ਹੀ ਪਿਆ ਹੈ, ਪਿਆ ਹੀ ਪਿਆ, ਕੋਈ ਨਹੀਂ ਨਿਕਲਿਆ ਹੋਇਆ। ਕਈ ਲੋਕ ਅੱਜ ਕੱਲ੍ਹ ਇਹ ਕਹਿੰਦੇ ਜੀ ਕਰਮ ਕਾਂਡ ਨਹੀਂ ਕਰਨਾ ਚਾਹੀਦਾ, ਆਹ ਵੀ ਕਰਮ ਕਾਂਡ ਹੈ, ਉਹ ਵੀ ਕਰਮ ਕਾਂਡ ਹੈ। ਗੱਲ ਠੀਕ ਕਹਿੰਦੇ ਨੇ, ਪਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਰਮ ਕਾਂਡ ਤੋਂ ਨਿਕਲ ਗਏ ਹੋ? ਕਰਮ ਤੋਂ ਕਿਹੜਾ ਬਚਿਆ? ਜਦੋਂ ਬਚਪਨ 'ਚ ਮਾਂ ਦੇ ਪੇਟ ਤੋਂ ਜਨਮ ਲੈਣਾ ਵੀ ਇੱਕ ਕਰਮ ਕਿਰਿਆ ਹੈ। ਉਹ ਵੀ ਗ੍ਰਾਮਰ ਦੀ ਬੋਲੀ 'ਚ ਉਹਨੂੰ ਵਰਬ ਕਹਾਂਗੇ ਆਪਾਂ। ਵਰਬ ਹੈ ਨਾ, ਕੀਤਾ। ਮਾਂ ਦਾ ਦੁੱਧ ਪੀਤਾ, ਬੱਚਾ ਰੋਇਆ, ਵਰਬ ਹੈ। ਬੱਚਾ ਭੁੱਖਾ, ਵਰਬ ਹੈ। ਬੱਚਾ ਰੱਜਿਆ, ਵਰਬ ਹੈ। ਦੱਸੋ ਕਿਰਿਆ ਤੋਂ ਬਾਅਦ ਕਿਹੜਾ ਬਾਹਰ ਨਿਕਲਿਆ ਕਿਰਿਆ ਤੋਂ? ਮੈਂ ਗੁਰਦੁਆਰੇ ਗਿਆ ਵਰਬ ਹੈ। ਮੈਂ ਮੱਥਾ ਟੇਕਿਆ, ਵਰਬ ਹੈ। ਕਰਮ ਕਾਂਡ ਨਹੀਂ ਤਾਂ ਹੋਰ ਕੀ ਹੈ? ਸੱਚੇ ਪਾਤਸ਼ਾਹ ਕਹਿੰਦੇ ਕਰਮ ਤਾਂ ਰਹੇਗਾ, ਪਰ ਕਰਮ ਕਰਤ ਹੋਵੈ ਨਿਹ ਕਰਮ। ਕਰਮ ਕਰਦਿਆਂ ਕਰਮ ਤੋਂ ਨਿਸ਼ਕਰਮ ਹੋਣਾ, ਇਹੀ ਸਾਧਨਾ ਹੈ, ਇਹੀ ਔਖਾ ਕੰਮ ਹੈ। ਨਾਨਕ ਸੱਚੇ ਨਾਮ ਬਿਨ, ਸੱਚੇ ਨਾਮ ਤੋਂ ਬਿਨਾਂ ਵਰਤਣ ਵਰਤੈ ਅੰਧ। ਅੰਨੇ ਜੀਵ ਵਰਤਣ 'ਚ ਵਰਤ ਰਹੇ ਨੇ, ਮੋਹ ਮਾਇਆ 'ਚ ਫਸੇ ਹੋਏ ਨੇ। ਬਸ ਸੰਸਾਰ ਨੂੰ ਸੱਤ ਸਮਝਿਆ ਹੋਇਆ ਅਤੇ ਉਹਦੇ ਵਿੱਚ ਹਨੇਰੇ ਕੋਠੜੀ 'ਚ ਘੁੰਮੀ ਜਾਣਾ, ਘੁੰਮੀ ਜਾਣਾ, ਘੁੰਮੀ ਜਾਣਾ। 84 ਲੱਖ ਜੂਨਾਂ, ਇੱਕ ਗੇੜਾ ਥੋੜ੍ਹਾ ਲੱਗਦਾ, ਕਈ ਗੇੜੇ ਲੱਗ ਜਾਂਦੇ, ਲੱਖਾਂ ਗੇੜੇ ਲੱਗ ਜਾਂਦੇ ਆ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਚੱਕਰ 'ਚੋਂ ਨਿਕਲ ਨਹੀਂ ਸਕਦਾ। ਇਹ ਬੜਾ ਡੂੰਘਾ ਅਸਚਰਜ ਜਿਹਾ ਚੱਕਰ ਹੈ। ਸੋ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਨ, ਆਪ ਹੀ ਇਸ ਚੱਕਰ 'ਚੋਂ ਕੱਢ ਕੇ ਆਪਣੇ ਚਰਨਾਂ ਵਿੱਚ ਥਾਂ ਦੇ ਦੇਣ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਤਿਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।
ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।